ब्रॉडवे ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਸਾਡੇ ਇਸ ਖਾਸ ਸ਼ੋਅ ਦੇ ਵਿੱਚ। ਜਿਸ ਤਰੀਕੇ ਦੇ ਕਰੋਨਾ ਕਰਕੇ ਹਾਲਾਤ ਚੱਲ ਰਹੇ ਨੇ, ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਆ ਰਹੇ ਨੇ। ਕਿਤੇ ਨਾ ਕਿਤੇ ਉਹ ਸਾਰੇ ਸਵਾਲਾਂ ਨੂੰ ਜੇ ਕੰਪਾਈਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਦੋਂ ਖੁੱਲਣਗੇ ਕੰਟਰੀਜ਼, ਕਦੋਂ ਵੀਜ਼ਾ ਲੱਗਣਗੇ, ਸਟੱਡੀ ਵੀਜ਼ਾ ਕਦੋਂ ਸ਼ੁਰੂ ਹੋਊਗਾ, ਸਟੂਡੈਂਟਸ ਦੇ ਮਨ ਦੇ ਵਿੱਚ ਇਹ ਸਵਾਲ ਨੇ। ਉਹਦੇ ਡਿਫਰੈਂਟ ਪ੍ਰੋਸੈਸਿਸ ਨੇ, ਉਹ ਕਦੋਂ ਚੱਲਣਗੇ। ਜੇ ਗੱਲ ਕਰੀਏ ਕਿਹੜੇ ਕੰਟਰੀ ਪਹਿਲਾਂ ਖੁੱਲਣਗੇ, ਕਿਸ ਤਰੀਕੇ ਦੀ ਤਿਆਰੀ ਹੈ, ਕਿਸ ਤਰੀਕੇ ਦਾ ਮਾਹੌਲ ਹੈ ਪੂਰੀ ਦੁਨੀਆ ਦੇ ਵਿੱਚ, ਉਹਦੀ ਬਿਹਤਰ ਜਾਣਕਾਰੀ ਆਈ ਥਿੰਕ ਕੰਵਰ ਸਾਹਿਬ ਸਾਨੂੰ ਦੇ ਸਕਦੇ ਨੇ, ਕਿਉਂਕਿ ਉਹ ਲਗਾਤਾਰ ਜੁੜੇ ਰਹਿੰਦੇ ਨੇ ਇਹਨਾਂ ਕੰਟਰੀਜ਼ ਨਾਲ, ਇਹਨਾਂ ਕਾਲਜਿਸ ਨਾਲ, ਇਹਨਾਂ ਯੂਨੀਵਰਸਿਟੀਜ਼ ਨਾਲ। ਕੀ ਹੋ ਰਿਹਾ ਹੈ, ਕਿਵੇਂ ਦੀ ਉਹ ਤਿਆਰੀ ਕਰ ਰਹੇ ਨੇ। ਕੰਵਰ ਸਾਹਿਬ ਸਵਾਗਤ ਹੈ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਕੰਵਰ ਸਾਹਿਬ, ਕਿਤੇ ਨਾ ਕਿਤੇ ਤੁਹਾਡੀ ਕਮਿਊਨੀਕੇਸ਼ਨ ਆਮ ਸਟੂਡੈਂਟਸ ਨਾਲੋਂ ਵੱਧ ਹੁੰਦੀ ਹੈ, ਲਿੰਕਸ ਵੀ ਤੁਸੀਂ ਨੈੱਟ ਤੇ ਵੀ ਪੜ੍ਹਦੇ ਰਹਿੰਦੇ ਹੋ, ਜ਼ਿਆਦਾ ਅਪਡੇਟਡ ਰਹਿੰਦੇ ਹੋ। ਜੇ ਸਾਰੀ ਤਿਆਰੀ ਦੇ ਹਿਸਾਬ ਨਾਲ ਤੁਹਾਨੂੰ ਮੈਂ ਪੁੱਛਾਂ ਕਿ ਕਿਹੜੇ 3 ਕੰਟਰੀ ਤੁਹਾਨੂੰ ਪਹਿਲਾਂ ਖੁੱਲਦੇ ਦਿਖਦੇ ਨੇ ਅਤੇ ਕਿਉਂ, ਕਿਸ ਤਰੀਕੇ ਦੀ ਉਹਨਾਂ ਦੀ ਤਿਆਰੀ ਹੈ? ਦੇਖੋ, ਅਗਰ ਮਤਲਬ ਜਦੋਂ ਆਪਾਂ ਖੁੱਲਣ ਦੀ ਗੱਲ ਕਰਦੇ ਹਾਂ ਦੀਪਕ ਜੀ, ਤਾਂ ਇਹਦੇ ਵਿੱਚ ਪੈਰਾਮੀਟਰ ਵੱਖਰੇ ਵੱਖਰੇ ਹੋ ਜਾਂਦੇ। ਆਪਾਂ ਖੁੱਲਣਾ ਕਿਸ ਹਿਸਾਬ ਨਾਲ ਕਾਊਂਟ ਕਰ ਰਹੇ ਹਾਂ? ਆਪਾਂ ਪੜ੍ਹਾਈ ਦੇ ਹਿਸਾਬ ਨਾਲ ਕਾਊਂਟ ਕਰ ਰਹੇ ਹਾਂ, ਜਾਂ ਆਪਾਂ ਵੀਜ਼ਾ ਅਪਲਾਈ ਕਰਨ ਦੇ ਹਿਸਾਬ ਨਾਲ ਕਾਊਂਟ ਕਰ ਰਹੇ ਹਾਂ, ਜਾਂ ਆਪਾਂ ਫਲਾਈਟ ਦੇ ਹਿਸਾਬ ਨਾਲ ਕਾਊਂਟ ਕਰ ਰਹੇ ਹਾਂ ਕਿ ਮੈਂ ਫਲਾਈ ਕਦੋਂ ਕਰ ਸਕੂੰਗਾ ਉਸ ਕੰਟਰੀ 'ਚ। ਸੋ ਇਹ ਤਿੰਨੋਂ ਐਸਪੈਕਟ ਮੈਂ ਇਹਦੇ 'ਚ ਕਵਰ ਕਰੂੰਗਾ ਡੈਫੀਨੇਟਲੀ। ਸੋ ਉਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਆ ਵੀ ਕਹੂੰਗਾ ਕਿ ਅੱਜ ਤੁਸੀਂ ਮੈਨੂੰ ਇੱਕ ਕੁਐਸਚਨ ਦਾ ਜਵਾਬ ਕਮੈਂਟਾਂ 'ਚ ਦੇਣਾ ਹੈ ਕਿ ਤੁਸੀਂ ਫਿਊਚਰ 'ਚ ਕੀ ਚਾਹੁੰਦੇ ਹੋ ਕਿ ਜਿਹੜੀ ਆਨਲਾਈਨ ਸਰਵਿਸਿਜ਼ ਹੈ, ਜਿਹੜੀਆਂ ਵੀਜ਼ਾ ਸਰਵਿਸਿਜ਼ ਆ ਅਪਲਾਈ ਕਰਨ ਵਾਲੀਆਂ, ਜਿਹੜੀਆਂ ਤੁਸੀਂ ਇੰਡੀਆ 'ਚ ਸਾਡੇ ਕੋਲੋਂ ਜਾਂ ਹੋਰ ਆਪਣੇ ਕੰਸਲਟੈਂਟ ਤੋਂ ਲੈਂਦੇ ਹੋ, ਕੀ ਤੁਸੀਂ ਉਹਨਾਂ ਨੂੰ ਆਨਲਾਈਨ ਸਿਸਟਮ 'ਚ ਫਿਊਚਰ 'ਚ ਅਪਣਾਉਣਾ ਚਾਹੁੰਦੇ ਹੋ ਕਿ ਉਹ ਹਮੇਸ਼ਾ ਆਨਲਾਈਨ ਰਹਿਣ? ਤੁਹਾਡੀ ਕੀ ਪ੍ਰੈਫਰੈਂਸ ਹੈ? ਘਰੇ ਬੈਠੇ ਅਪਲਾਈ ਹੋਵੇ ਆਨਲਾਈਨ, ਜਾਂ ਤੁਸੀਂ ਹਜੇ ਵੀ ਫਿਰ ਕੇ ਜਾ ਕੇ ਏਜੰਟ ਦੇ ਕੋਲ ਆਫਲਾਈਨ ਤਰੀਕੇ ਨਾਲ ਕਰਨਾ ਚਾਹੁੰਦੇ ਹੋ? ਇਹਦੇ ਬਾਰੇ ਤੁਸੀਂ ਮੈਨੂੰ ਕਮੈਂਟ ਜ਼ਰੂਰ ਦੱਸਣਾ ਹੈ ਕਿ ਤੁਹਾਡੀ ਪ੍ਰੈਫਰੈਂਸ ਕੀ ਹੈ, ਆਨਲਾਈਨ ਜਾਂ ਆਫਲਾਈਨ। ਸੋ ਹੁਣ ਮੈਂ ਤੁਹਾਡੇ ਕੁਐਸਚਨ ਦਾ ਜਵਾਬ ਦਊਂਗਾ ਦੀਪਕ ਜੀ। ਸੋ ਜਿਹੜਾ ਤੁਹਾਡਾ ਮੇਨ ਕੁਐਸਚਨ ਨੂੰ ਮੈਂ 3 ਹਿੱਸਿਆਂ 'ਚ ਵੰਡਿਆ ਕਿ ਉਹਦੇ ਵੀਜ਼ਾ ਕਰਨ ਦੇ ਪ੍ਰੋਸੈਸ ਦੇ ਉੱਤੋਂ, ਉਹਦੀ ਪੜ੍ਹਾਈ ਦੇ, ਜਾਂ ਉਹਦੇ ਫਲਾਈ ਕਰਨ ਦੇ। ਸੋ ਅਗਰ ਆਪਾਂ ਸਭ ਤੋਂ ਪਹਿਲਾਂ ਫਲਾਈਟ, ਜਿਹੜਾ ਕਿ ਮੇਜਰ ਬੱਚਿਆਂ ਦਾ ਹੌਟ ਟੌਪਿਕ ਆ, ਮੈਂ ਉਹਨੂੰ ਜਵਾਬ ਦੇ ਦਿੰਦਾ ਕਿਉਂਕਿ ਫਿਰ ਬਾਅਦ 'ਚ ਕੋਈ ਵੀਡੀਓ ਦੇਖਣਾ ਚਾਹੁੰਦਾ, ਨਹੀਂ ਦੇਖਣਾ ਚਾਹੁੰਦਾ, ਉਹਦੀ ਚੁਆਇਸ ਹੋ ਸਕਦੀ ਹੈ। ਸੋ ਫਲਾਈਟ ਦੇ ਹਿਸਾਬ ਨਾਲ ਅਗਰ ਆਪਾਂ ਦੇਖੀਏ ਤਾਂ UK ਖੁੱਲ੍ਹ ਚੁੱਕਾ ਹੈ। UK ਆਲਰੇਡੀ ਇੰਟਰਨੈਸ਼ਨਲ ਫਲਾਈਟਸ ਨੂੰ ਵੈਲਕਮ ਕਰ ਰਿਹਾ, ਕੋਈ ਵੀ ਬੱਚਾ ਉੱਥੇ ਜਾ ਸਕਦਾ ਹੈ। ਬਟ ਕਿਉਂਕਿ ਇੰਡੀਆ 'ਚ ਲੋਕਡਾਊਨ ਹੈ, ਇੰਡੀਆ ਤੋਂ ਇੰਟਰਨੈਸ਼ਨਲ ਫਲਾਈਟਸ ਹਜੇ ਪਿਕ ਨਹੀਂ ਕਰ ਰਹੀਆਂ। ਦੈਟ ਇਜ਼ ਅ ਰੀਜ਼ਨ ਕਿ ਉੱਥੇ ਹਜੇ ਬੱਚਾ ਨਹੀਂ ਜਾ ਪਾ ਰਿਹਾ। ਅਦਰਵਾਈਜ਼ ਆਪਾਂ ਗੱਲ ਕਰੀਏ ਤਾਂ UK ਪ੍ਰੈਕਟੀਕਲੀ ਟਰੈਵਲਿੰਗ ਦੇ ਮਾਮਲੇ 'ਚ ਖੁੱਲ੍ਹ ਚੁੱਕਾ। ਹੁਣ ਕੋਈ ਵੀ ਬੰਦਾ ਉੱਥੇ ਕਿਸੇ ਵੀ ਦੁਨੀਆ ਦੇ ਕੋਨੇ ਤੋਂ ਟਰੈਵਲ ਕਰ ਸਕਦਾ। ਉਹਨੂੰ ਕੁਆਰੰਟੀਨ ਹੋਣਾ ਪਊਗਾ, ਉਹ ਸਾਰੀਆਂ ਸ਼ਰਤਾਂ ਨੇ, ਸਟੂਡੈਂਟ ਨੂੰ ਅਕੋਮੋਡੇਸ਼ਨ ਬੁੱਕ ਕਰਕੇ ਜਾਣਾ ਪਊਗਾ। ਸੋ ਦੀਜ਼ ਆਰ ਆਲ ਪਾਰਟ ਐਂਡ ਪਾਰਸਲ ਕੰਡੀਸ਼ਨਸ, ਬਟ UK ਖੁੱਲ੍ਹ ਚੁੱਕਾ ਹੈ। ਕੈਨੇਡਾ ਵੁੱਡ ਬੀ ਨੈਕਸਟ ਇਨ ਕਿਊ, ਬਟ ਉਸ ਤੋਂ ਪਹਿਲਾਂ ਕਿਉਂਕਿ ਆਸਟ੍ਰੇਲੀਆ ਆਲਰੇਡੀ ਇੱਕ ਅਨਾਊਂਸਮੈਂਟ ਕਰ ਚੁੱਕਾ ਹੈ। ਸੋ ਦੈਟ ਇਜ਼ ਅ ਰੀਜ਼ਨ। ਆਸਟ੍ਰੇਲੀਆ ਨੇ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਸਮਵੇਅਰ ਇਨ ਜੁਲਾਈ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਰੀਕਾਲ ਕਰਨਗੇ। ਮਤਲਬ ਜਿਹੜੇ ਸਟੂਡੈਂਟਸ ਵੀਜ਼ਾ ਲੈ ਚੁੱਕੇ ਆ ਪਹਿਲਾਂ, ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਊਗੀ, ਜਾਂ ਜਿਹੜੇ ਸਟੂਡੈਂਟਸ ਆਲਰੇਡੀ ਉੱਥੇ ਪੜ੍ਹ ਰਹੇ ਸੀ ਔਰ ਉਹ ਕਿਸੇ ਕਾਰਨ ਆਪਣੇ ਹੋਮ ਕੰਟਰੀ ਆਏ ਜਾਂ ਹੌਲੀਡੇ ਕਿਤੇ ਕਰਨਗੇ ਔਰ ਉੱਥੇ ਸਟਕ ਹੋ ਗਏ, ਸੋ ਸਭ ਤੋਂ ਪਹਿਲਾਂ ਉਹਨਾਂ ਨੂੰ ਵਾਪਸੀ ਕਰਾਈ ਜਾਊਗੀ। ਉਸ ਤੋਂ ਬਾਅਦ ਫਿਰ ਇਹਦੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜਾਂ ਨਵੇਂ ਸਟੂਡੈਂਟਸ ਨੂੰ ਵੀ ਖੋਲ੍ਹਿਆ ਜਾਊਗਾ। ਥਰਡ, ਕੈਨੇਡਾ, ਕਿਉਂਕਿ ਕੈਨੇਡਾ ਨੇ ਹਜੇ ਫਲਾਈਂਗ ਦੇ ਉੱਤੇ, ਫਲਾਈਟ ਦੇ ਉੱਤੇ ਕੋਈ ਓਫੀਸ਼ੀਅਲ ਅਨਾਊਂਸਮੈਂਟ ਨਹੀਂ ਕੀਤੀ। ਦੈਟ ਇਜ਼ ਦਾ ਰੀਜ਼ਨ ਕਿ ਮੈਂ ਕੈਨੇਡਾ ਨੂੰ ਥਰਡ ਸਪੇਸ ਤੇ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਰੱਖਿਆ। ਹੁਣ ਆਪਾਂ ਦੂਸਰਾ ਕਲੌਜ਼ ਕਰਦੇ ਹਾਂ ਵੀਜ਼ਾ ਨੂੰ ਲੈ ਕੇ, ਫਾਈਲਿੰਗ ਨੂੰ ਲੈ ਕੇ। ਸੋ ਜਦੋਂ ਆਪਾਂ ਇੱਥੇ ਹੁਣ ਕਾਊਂਟ ਲੈ ਕੇ ਚੱਲਾਂਗੇ ਤਾਂ ਇੱਥੇ ਕੈਨੇਡਾ ਫਸਟ ਤੇ ਆ ਜਾਂਦਾ, ਕਿਉਂਕਿ ਕੈਨੇਡਾ ਆਲਰੇਡੀ ਅਨਾਊਂਸ ਕਰ ਚੁੱਕਾ ਹੈ ਕਿ ਤੁਸੀਂ ਆਨਲਾਈਨ ਆਪਣੀਆਂ ਫਾਈਲਸ ਸਬਮਿਟ ਕਰੋ। ਅਸੀਂ ਆਨਲਾਈਨ ਫਾਈਲਸ ਦੇ ਡਿਸੀਜਨ ਲੈ ਰਹੇ ਹਾਂ ਔਰ ਰੈਗੂਲਰ ਉਹ ਕੰਮ ਕਰ ਰਹੇ ਨੇ। ਕਿਸੇ ਦਾ ਕੋਈ ਵੀ ਡਾਕੂਮੈਂਟ ਪੈਂਡਿੰਗ ਰਹਿ ਜਾਏਗਾ, ਚਾਹੇ ਉਹ ਆਲਸ ਹੈ, ਚਾਹੇ ਉਹ ਬਾਇਓਮੈਟ੍ਰਿਕਸ ਨੇ, ਚਾਹੇ ਉਹ ਮੈਡੀਕਲ ਹੈ, ਤਾਂ ਸਟੂਡੈਂਟ ਨੂੰ ਸਫੀਸ਼ੀਐਂਟ ਟਾਈਮ ਦਿੱਤਾ ਜਾਊਗਾ ਕਿ ਉਹਦੀ ਕੰਟਰੀ ਦੀ ਸਿਚੁਏਸ਼ਨ ਦੇ ਹਿਸਾਬ ਨਾਲ ਕਿ ਉਹ ਡਾਕੂਮੈਂਟਸ ਨੂੰ ਅਰੇਂਜ ਕਰ ਸਕੇ। ਸੋ ਇੱਥੇ ਕੈਨੇਡਾ ਨੰਬਰ 1 ਹੋ ਜਾਂਦਾ ਹੈ। UK ਇੱਥੇ ਲੇਟ ਹੈ ਬਿਕੋਜ਼ ਉਹਦੀ ਫਾਈਲ ਸਬਮਿਟ ਨਹੀਂ ਹੋ ਸਕਦੀ, VFS ਨਹੀਂ ਖੁੱਲ੍ਹੇ, ਕਿਉਂਕਿ ਉਹਨਾਂ ਦੇ ਵਿੱਚ ਜਾ ਕੇ ਉਹ ਫਿਜ਼ੀਕਲੀ ਸਬਮਿਟ ਕਰਨੀ ਪੈਂਦੀ ਸੀ ਆਪਾਂ ਨੂੰ, ਔਰ ਉਹਨੂੰ ਉਹ ਅੱਗੇ ਫਰਦਰ ਸਕੈਨ ਕਰਕੇ ਭੇਜਦੇ ਆ। ਸੋ ਦੈਟ ਇਜ਼ ਅ ਰੀਜ਼ਨ ਕਿ ਇੱਥੇ ਆਪਾਂ ਨੂੰ ਇੱਕ ਟਾਈਮ ਜ਼ਰੂਰ ਲੱਗੂਗਾ। ਆਸਟ੍ਰੇਲੀਆ ਇਸ ਕੰਮ 'ਚ ਸਭ ਤੋਂ ਪਿੱਛੇ ਹੈ। ਆਸਟ੍ਰੇਲੀਆ ਦੀ ਹਜੇ ਕੋਈ ਵੀ ਨਵੀਂ ਅਨਾਊਂਸਮੈਂਟ, ਨਵੀਆਂ ਐਪਲੀਕੇਸ਼ਨਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਨਹੀਂ ਹੈਗੀ, ਔਰ ਨਾ ਹੀ ਨਿਊਜ਼ੀਲੈਂਡ ਦੀ ਹੈ। ਨਾਓ ਥਰਡ ਪ੍ਰੋਸੈਸ ਵਾਜ਼ ਐਜੂਕੇਸ਼ਨ, ਕਿ ਐਜੂਕੇਸ਼ਨ ਦੇ ਹਿਸਾਬ ਨਾਲ ਕਿੱਦਾਂ ਰਹੂਗਾ। ਸੋ ਐਜੂਕੇਸ਼ਨ 'ਚ ਅਗਰ ਆਪਾਂ ਗੱਲ ਕਰੀਏ ਤਾਂ ਕੈਨੇਡਾ ਆਲਰੇਡੀ ਅਨਾਊਂਸ ਕਰ ਗਿਆ ਕਿ ਜਿਹੜੇ ਬੱਚਿਆਂ ਦੇ ਵੀਜ਼ਾ ਅਪਰੂਵ ਹੋ ਜਾਣਗੇ ਉਹ ਆਪਣੀ ਹੋਮ ਕੰਟਰੀ ਦੇ ਵਿੱਚ ਹੀ ਰਹਿ ਕੇ 50% ਕੋਰਸ ਆਪਣਾ ਕੰਪਲੀਟ ਕਰ ਸਕਦੇ ਆ। ਸੋ ਤੁਹਾਡੀ ਪੜ੍ਹਾਈ ਕੈਨੇਡਾ ਦੇ ਕੇਸ 'ਚ ਇੰਡੀਆ ਤੋਂ ਹੀ ਸ਼ੁਰੂ ਹੋਗੀ। ਪਰ UK ਵੱਲੋਂ ਇੱਦਾਂ ਦੀ ਕੋਈ ਅਨਾਊਂਸਮੈਂਟ
ਅਨਾਉਂਸਮੈਂਟ ਨਹੀਂ ਗੀ ਕਿ ਤੁਸੀਂ ਇੰਡੀਆ 'ਚ ਰਹਿ ਕੇ ਆਪਣੀ ਪੜ੍ਹਾਈ ਨੂੰ ਆਨਲਾਈਨ ਖਤਮ ਕਰ ਸਕਦੇ ਆ। ਤੁਸੀਂ ਉੱਥੇ ਜਾ ਕੇ ਤਾਂ ਆਨਲਾਈਨ ਕਰ ਸਕਦੇ ਆ, ਬਟ ਇੱਥੇ ਨਹੀਂ ਕਰ ਸਕਦੇ। ਔਰ ਆਸਟ੍ਰੇਲੀਆ ਦੇ ਵਿੱਚ ਹਜੇ ਨਿਊ ਐਡਮਿਸ਼ਨਸ ਜਾਂ ਨਿਊ ਪਾਲਿਸੀਜ਼ ਹਜੇ ਕਿਸੇ ਤਰ੍ਹਾਂ ਦੀਆਂ ਡਿਸਕਲੋਜ਼ ਨਹੀਂ ਹੋਈਆਂ। ਐਕਸਪੈਕਟ ਕੀਤਾ ਜਾ ਰਿਹਾ ਕਿ ਉਹਨਾਂ ਦਾ ਅਕਤੂਬਰ ਨਵੰਬਰ ਇਨਟੇਕ ਚੱਲੇਗਾ, ਬਟ ਕਦੋਂ ਚੱਲੇਗਾ, ਕਿਹੜੇ ਹਾਲਾਤਾਂ ਨਾਲ ਚੱਲੇਗਾ, ਇਹਦੇ ਬਾਰੇ ਹਜੇ ਕੋਈ ਕਲੈਰੀਫਿਕੇਸ਼ਨ ਕਿਸੇ ਤਰ੍ਹਾਂ ਦੀ ਨਹੀਂ ਆਈ। ਸੋ ਫਲਾਈਂਗ ਦੇ ਹਿਸਾਬ ਨਾਲ ਗਿਣੋਗੇ ਤਾਂ UK ਅੱਗੇ ਆ, ਕਿਉਂਕਿ ਉਹਨੇ ਇੰਟਰਨੈਸ਼ਨਲ ਬਾਰਡਰ ਖੋਲ੍ਹ ਦਿੱਤੇ। ਬਟ ਅਗਰ ਵੀਜ਼ਾ ਦੇ ਹਿਸਾਬ ਨਾਲ ਗਿਣਦੇ ਹੋ, ਅਗਰ ਤੁਸੀਂ ਫਾਈਲ ਲੌਜਮੈਂਟ ਦੇ ਹਿਸਾਬ ਨਾਲ ਗਿਣਦੇ ਹੋ, ਐਜੂਕੇਸ਼ਨ ਦੇ ਪਰਪਸ ਨਾਲ ਗਿਣਦੇ ਹੋ, ਦੈਨ ਕੈਨੇਡਾ ਰੈਂਕਸ 1। ਸੋ ਦੋਸਤੋ, ਕੰਵਰ ਸਾਹਿਬ ਨੇ ਬਹੁਤ ਹੀ ਡਿਟੇਲ ਦੇ ਵਿੱਚ ਇਹ ਮੇਜਰ ਤਿੰਨੋਂ ਕੰਟਰੀਜ਼ ਬਾਰੇ, ਕੈਨੇਡਾ, UK ਤੇ ਆਸਟ੍ਰੇਲੀਆ ਬਾਰੇ ਤੁਹਾਨੂੰ ਦੱਸਿਆ ਕਿਸ ਤਰੀਕੇ ਦੇ ਪ੍ਰੋਸੈਸਿਸ ਚੱਲ ਰਹੇ ਨੇ, ਕਿਸ ਸਟੇਜ ਤੇ ਚੱਲ ਰਹੇ ਨੇ ਤੇ ਕਦੋਂ ਕੁ ਚੀਜ਼ਾਂ ਬਦਲ ਸਕਦੀਆਂ ਨੇ। ਜੇ ਤੁਹਾਡੇ ਦਿਮਾਗ ਦੇ ਵਿੱਚ ਇਹਨਾਂ ਤਿੰਨਾਂ ਕੰਟਰੀਜ਼ ਨੂੰ ਜਾਂ ਕਿਸੇ ਹੋਰ ਕੰਟਰੀ ਨੂੰ ਲੈ ਕੇ ਕੋਈ ਹੋਰ ਵੀ ਸਵਾਲ ਹੈ ਤਾਂ ਤੁਸੀਂ ਬ੍ਰੌਡਵੇ ਦੀ ਵੈਬਸਾਈਟ ਤੇ ਰਜਿਸਟਰ ਕਰ ਸਕਦੇ ਹੋ ਤੇ ਆਪਣੇ ਸਵਾਲਾਂ ਦੇ ਜਵਾਬ ਹਾਸਲ ਕਰ ਸਕਦੇ ਹੋ। ਬਿਲਕੁਲ ਦੀਪਕ ਜੀ, ਔਰ ਇਹਦੇ ਨਾਲ ਮੈਂ ਦੁਬਾਰਾ ਆਪਣੇ ਕੁਐਸਚਨ ਨੂੰ ਰਿਪੀਟ ਕਰੂੰਗਾ ਕਿ ਤੁਸੀਂ ਫਿਊਚਰ 'ਚ ਆਪਣੀ ਫਾਈਲਿੰਗ ਜਾਂ ਕਾਉਂਸਲਿੰਗ ਜਾਂ ਐਡਮਿਸ਼ਨ ਦੀਆਂ ਸਰਵਿਸਿਜ਼ ਆਨਲਾਈਨ ਪ੍ਰੈਫਰ ਕਰਦੇ ਹੋ ਜਾਂ ਆਫਲਾਈਨ, ਕਿਉਂਕਿ ਬ੍ਰੌਡਵੇ ਤੁਹਾਡੇ ਲਈ ਰੈਨੋਵੇਟ ਕਰ ਰਹੀ ਹੋ ਔਰ ਅਸੀਂ ਮੈਕਸਿਮਮ ਚੀਜ਼ਾਂ ਇਸ ਟਾਈਮ ਆਨਲਾਈਨ ਡਿਲੀਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਉਹਦੇ ਤੇ ਕਿੰਨਾ ਕੰਮ ਕਰਨਾ ਹੈ, ਕਿੰਨਾ ਇਨਵੈਸਟ ਕਰਨਾ ਔਰ ਕਿੱਦਾਂ ਦੇ ਸਿਸਟਮ ਬਣਾਉਣੇ ਆ, ਉਹਦੇ 'ਚ ਤੁਹਾਡਾ ਜਿਹੜਾ ਡਿਸੀਜਨ ਹੈ ਉਹ ਅਹਿਮ ਹੈ। ਸੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਫਿਊਚਰ 'ਚ ਆਨਲਾਈਨ ਸਰਵਿਸਿਜ਼ ਸਾਰੀਆਂ ਚਾਹੁੰਦੇ ਹੋ, ਘਰੇ ਬੈਠੇ ਸਾਰਾ ਕੁਝ ਹੋ ਜਾਏ, ਜਾਂ ਆਫਲਾਈਨ ਚਾਹੁੰਦੇ ਹੋ ਕਿ ਅਸੀਂ ਫਿਰ ਕੇ ਕਰੀਏ। ਥੈਂਕ ਯੂ। ਬ੍ਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਨ।